ਸਾਹਿਬਜ਼ਾਦਿਆਂ ਦੀਆਂ ਅਸਥੀਆਂ ਸਾਹਿਬਜ਼ਾਦਿਆਂ ਦੀ ਉਹ ਰਾਖ ਵਿਭੂਤੀ ਉਹ ਫੁੱਲਾਂ ਨੂੰ ਕਿੱਦਾਂ ਉਹਨਾਂ ਨੇ ਸੰਭਾਲਿਆ। ਕੁੰਮਾ ਮਾਸ਼ਕੀ ਝੀਵਰ ਫੈਮਿਲੀ ਦੇ ਵਿੱਚੋਂ ਸੀ। ਮਾਸ਼ਕੀ ਸ਼ਬਦ ਉਹਦੇ ਮਗਰ ਤਾਂ ਜੁੜਦਾ ਕਿ ਮਸ਼ਕ ਦੇ ਨਾਲ ਲੋਕਾਂ ਦੇ ਘਰਾਂ 'ਚ ਪਾਣੀ ਵੀ ਪਿਲਾਉਂਦੇ ਸੀ। ਕੁੰਮਾ ਮਾਸ਼ਕੀ ਦਾ ਵਿਆਹ ਨਹੀਂ ਸੀ ਹੋਇਆ, ਉਹਨਾਂ ਦੇ ਕੋਈ ਬੰਸ਼ਿਸ਼ ਨਹੀਂ, ਕੋਈ ਔਲਾਦ ਨਹੀਂ ਹੈ। ਬਾਬਾ ਕੁੰਮਾ ਮਾਸ਼ਕੀ ਦਾ ਸਥਾਨ ਦੇਖਦੇ ਹਾਂ, ਇੱਕ ਮਿੱਟੀ ਦੀ ਉੱਪਰ ਉੱਚੀ ਢੇਰੀ ਸੀ ਜਿੱਥੇ ਉਹਦੀ ਝੌਂਪੜੀ ਸੀ। ਉਹਨਾਂ ਨੇ ਇਸ ਬਾਬੇ ਕੁੰਮੇ ਮਾਸ਼ਕੀ ਦੀ ਝੌਂਪੜੀ 'ਤੇ ਕੱਟੀ। 8 ਪੋਹ ਦੀ ਰਾਤ ਕਾਈਨੌਰ ਕੱਟੀ, 9 ਪੋਹ ਦੀ ਰਾਤ ਗੰਗੂ ਦੀ ਸਹੇੜੀ ਦੇ ਵਿੱਚ ਉਹਦੇ ਘਰ ਦੇ ਵਿੱਚ ਕੱਟੀ, 10 ਪੋਹ ਦੀ ਕੋਤਵਾਲੀ ਮਰਿੰਡਾ, 11, 12 2 ਠਰੀਆਂ ਰਾਤਾਂ ਠੰਡੇ ਵਰਤੇ, 13 ਪੋਹ ਨੂੰ ਉਹਨਾਂ ਦੀ ਵਾਪਸੀ ਨਹੀਂ ਹੋਈ, 13 ਨੂੰ ਸ਼ਹੀਦੀ ਹੋ ਗਈ। 10 ਵਿੱਚ ਉਹ ਜੀਵਤ ਸੀ ਜਾਂ ਨਹੀਂ ਸੀ। ਜੇ ਜੀਵਤ ਹੁੰਦਾ ਭਾਈ ਟੋਡਰ ਮੱਲ ਤਾਂ ਬੰਦਾ ਸਿੰਘ ਬਹਾਦਰ ਉਹਨੂੰ ਬਹੁਤ ਸਾਰਾ ਸਨਮਾਨ ਦਿੰਦਾ। ਇੱਦਾਂ ਨਹੀਂ ਆ ਵੀ ਪਰੀ ਕਹਾਣੀਆਂ ਨਹੀਂ ਸਿੱਖ ਇਤਿਹਾਸ ਹੈ। ਜਿਲੇ ਭੱਟ ਬਈਆਂ ਨੂੰ ਦੇਖਦੇ ਆ, ਹੋਰ ਬਹੁਤ ਸਾਰੇ ਇੱਦਾਂ ਅਧਿਐਨ ਹੈਗੇ ਆ ਜਿਹੜੇ ਮੌਕੇ ਤੇ ਸਮਕਾਲੀਆਂ ਨੇ ਲਿਖੇ। ਹਲਬਾਗ ਲੋਕ ਸੀਗੇ, ਸਾਨੂੰ ਉਹ ਚੌਥਾ ਹਿੱਸਾ ਦਿੰਦੇ ਸੀ। 3 ਹਿੱਸੇ ਉਹ ਆਪ ਰੱਖਦੇ ਸੀ ਫਸਲ ਦੇ, ਚੌਥਾ ਹਿੱਸਾ ਸਾਨੂੰ ਦਿੰਦੇ ਸੀ। ਸਿੰਘ ਬਹਾਦਰ ਦਾ ਜਦੋਂ ਰਾਜ ਆਇਆ, ਉਹਨਾਂ ਨੇ ਕਿਹਾ ਉਹ ਤੁਹਾਨੂੰ ਚੌਥਾ ਹਿੱਸਾ ਦਿੰਦੇ ਆ। ਉਹਨਾਂ ਨੇ ਫਿਰ ਜਿਹੜੀ ਜ਼ਗੀਰਦਾਰੀ ਦੀ ਪ੍ਰਥਾ ਸੀ ਉਹਨੂੰ ਤੋੜਿਆ, ਜਿਹੜੀ ਜ਼ਿਮੀਂਦਾਰ ਦੀ ਪ੍ਰਥਾ ਸੀ ਉਹਨੂੰ ਤੋੜਿਆ। ਸਿੱਖ ਇਤਿਹਾਸ ਕੁਰਬਾਨੀਆਂ ਦੇ ਨਾਲ ਭਰਿਆ ਹੋਇਆ ਹੈ। ਜੇਕਰ ਗੱਲ ਕਰੀਏ ਧੰਨ ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦਿਆਂ ਦੀ, ਤਾਂ ਕਿਲ੍ਹਾ ਆਨੰਦਗੜ੍ਹ ਛੱਡਣ ਤੋਂ ਬਾਅਦ ਪਰਿਵਾਰ ਵਿਛੋੜਾ ਹੁੰਦਾ ਹੈ। ਧੰਨ ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦੇ ਬਿਖੜੇ ਰਸਤਿਆਂ ਨੂੰ ਪਾਰ ਕਰਦੇ ਹੋਏ ਬਾਅਦ ਦੇ ਵਿੱਚ ਸ਼ਹਾਦਤ ਹੁੰਦੀ ਹੈ ਉਹਨਾਂ ਦੀ ਸਰਹੰਦ ਦੀ ਧਰਤੀ ਤੇ। ਕਿਹੜੇ ਰਸਤਿਆਂ ਤੋਂ ਧੰਨ ਮਾਤਾ ਗੁਜਰੀ ਜੀ ਲੰਘੇ, ਛੋਟੇ ਸਾਹਿਬਜ਼ਾਦੇ ਲੰਘੇ, ਇਸ ਦੇ ਉੱਪਰ ਭਾਈ ਸੁਰਿੰਦਰ ਸਿੰਘ ਖਾਲਸਾ ਹੋਣਾ ਨੇ ਖੋਜ ਕੀਤੀ ਹੈ। ਉਹਨਾਂ ਨੇ ਇੱਕ ਕਿਤਾਬ ਰਿਲੀਜ਼ ਕੀਤੀ ਹੈ। ਅਸੀਂ ਗੱਲਬਾਤ ਕਰਾਂਗੇ, ਉਹਨਾਂ ਤੋਂ ਇਤਿਹਾਸ ਜਾਣਾਂਗੇ। ਬਾਬਾ ਕੁੰਮਾ ਮਾਸ਼ਕੀ ਜੀ ਦੇ ਅਸਥਾਨ ਤੇ ਅਸੀਂ ਖੜੇ ਹਾਂ, ਜਿੱਥੇ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਨੇ ਇੱਕ ਰਾਤ ਕੱਟੀ ਸੀ। ਭਾਈ ਸਾਹਿਬ ਜੀ, ਤੁਹਾਡਾ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਪੋਹ ਦੀਆਂ ਰਾਤਾਂ, ਇਹ ਜਿਹੜੀ ਕਿਤਾਬ ਹੱਥ ਦੇ ਵਿੱਚ ਫੜੀ ਹੈ, ਇਹ ਰਿਲੀਜ਼ ਕੀਤੀ ਹੈ ਅੱਜ। ਕੀ ਇਤਿਹਾਸ ਇਸ ਦੇ ਵਿੱਚ ਦੱਸਿਆ ਹੈ? ਕੀ ਤੁਸੀਂ ਨਵੀਂ ਖੋਜ ਕੀਤੀ ਹੈ? ਜੇਕਰ ਬਾਬਾ ਕੁੰਮਾ ਮਾਸ਼ਕੀ ਜੀ ਦੀ ਗੱਲ ਕਰੀਏ ਤਾਂ ਇੱਥੇ ਇੱਕ ਰਾਤ ਸਾਹਿਬਜ਼ਾਦਿਆਂ ਨੇ ਮਾਤਾ ਗੁਜਰੀ ਜੀ ਦੇ ਨਾਲ ਇੱਥੇ ਬਤੀਤ ਕੀਤੀ ਸੀ। ਹੋਰ ਕਿਹੜੀ ਖੋਜ ਹੈ ਜਿਹੜੀ ਤੁਸੀਂ ਇਸ ਕਿਤਾਬ ਦੇ ਵਿੱਚ ਲੈ ਕੇ ਆਏ ਹੋ? ਜਿੱਦਾਂ ਪੋਹ ਦੀਆਂ ਰਾਤਾਂ ਸਭ ਤੋਂ ਪਹਿਲਾਂ 2004 ਦੇ ਵਿੱਚ ਛਪੀ ਹੈ। ਉਹਦੇ ਵਿੱਚ ਪਹਿਲੀ ਜਿਹੜੀ ਖੋਜ ਸੀ 3 ਸਥਾਨਾਂ ਦੀ ਸੀ ਵੀ ਬਾਬਾ ਕੁੰਮਾ ਮਾਸ਼ਕੀ ਜੀ ਦੀ ਝੌਂਪੜੀ ਕਿੱਥੇ ਸੀ, ਮਾਈ ਲక్ష్ਮੀ ਜੀ ਨੇ ਉਹਨਾਂ ਨੂੰ ਕਦੋਂ ਪ੍ਰਸ਼ਾਦਾ ਛਕਾਇਆ, ਪਿਲਕਣ ਸਾਹਿਬ ਦਾ ਸਥਾਨ ਜਿੱਥੇ ਬਾਬਾ ਕੁੰਮਾ ਮਾਸ਼ਕੀ ਬੇੜੀ ਬੰਨ੍ਹਦਾ ਸੀ, ਕਾਈਨੌਰ ਜਿੱਥੇ ਉਹਨਾਂ ਨੇ ਦੂਸਰੀ ਰਾਤ ਕੱਟੀ ਸੀ। ਉਹ 3 ਖੋਜਾਂ ਵਿਸ਼ੇਸ਼ ਸੀਗੀਆਂ। ਉਹਦੇ ਤੋਂ ਬਾਅਦ ਉਹ ਸਾਰੇ ਸਥਾਨ ਬਣੇ। ਇਹ ਜਿਹੜੀ ਪੋਹ ਦੀਆਂ ਰਾਤਾਂ ਨਵਾਂ ਅਧਿਆਇ ਆ, ਜਿਹੜੀ ਪਹਿਲਾਂ ਸ਼ੁਰੂ 'ਚ ਛਪੀ ਸੀ ਉਹ 128 ਪੇਜਾਂ ਦੀ ਸੀ। ਇਹ ਹੈਗੀ ਆ 369 ਪੇਜਾਂ ਦੀ। ਇਹਦੇ ਵਿੱਚ ਬਾਬਾ ਕੁੰਮਾ ਮਾਸ਼ਕੀ ਦਾ ਪਿੰਡ ਕਿਹੜਾ ਆ, ਮਾਈ ਲక్ష్ਮੀ ਦਾ ਪਿੰਡ ਕਿਹੜਾ ਆ, ਉਹ ਬੜੀ ਚਿਰਾਂ ਤੋਂ ਭਾਲ ਕਰਦੇ ਸੀ। ਇਸ ਥਾਂ ਤੋਂ 12 ਪਿੰਡਾਂ ਦਾ ਅਧਿਐਨ ਕੀਤਾ, ਆਲੇ ਦੁਆਲੇ ਕਿਹੜੇ ਪਿੰਡ ਕਿੱਦਾਂ ਵਸੇ। ਬਾਬਾ ਕੁੰਮਾ ਮਾਸ਼ਕੀ ਦਾ ਪਿੰਡ ਜਿਹੜਾ ਸੀ, ਇੱਥੋਂ 2.5 ਕਿਲੋਮੀਟਰ ਦੀ ਦੂਰੀ 'ਤੇ ਇੱਕ ਖੰਡਰ ਮਿਲਦੇ ਆ, ਉਹ ਵੀ ਖਤਮ ਹੋਏ। ਉਹ ਅਵਾਨਕੋਟ ਦਾ ਨਵਾਂ ਥਾਂ ਜਿਹੜਾ ਪਿੰਡ ਵਸਿਆ ਹੋਇਆ ਵੱਖਰਾ ਆ। ਅਵਾਨ ਇੱਕ ਜਾਤ ਆ, ਮੁਸਲਮਾਨਾਂ ਦੀ ਜਾਤ ਆ, ਉਹਨਾਂ ਨੇ ਉਹ ਵਸਾਇਆ। 1880 ਦਾ ਹੜ੍ਹ ਆਇਆ ਬਹੁਤ ਭਾਰਾ ਸਰਸਾ 'ਤੇ, ਅਵਾਨਕੋਟ ਵੀ ਖਤਮ ਹੋਇਆ। ਅਤੇ ਇੱਕ ਇਹਦੇ ਨੇੜੇ ਪਿੰਡ ਹੈਗਾ ਤਰਫ, ਉਹ ਤਰਫ ਵੀ ਖਤਮ ਹੋਇਆ। ਇਹ 2 ਪਿੰਡ ਜਿਹੜੇ ਇਹਨਾਂ ਦਾ ਵਜੂਦ ਨਹੀਂ ਹੈ ਹੁਣ। ਬਾਬਾ ਬੰਦਾ ਸਿੰਘ ਬਹਾਦਰ ਇੱਥੇ ਆ ਕੇ ਬਾਬਾ ਕੁੰਮਾ ਮਾਸ਼ਕੀ ਜੀ ਨੂੰ ਮਿਲਦਾ, ਅਵਾਨਕੋਟ ਦਾ ਕਿਲ੍ਹਾ ਸਰ ਕਰਦਾ ਆ। ਉਹ ਸਾਰੀਆਂ ਖੋਜਾਂ ਇਹਦੇ ਵਿੱਚ ਨੇ। ਫਤਿਹਗੜ੍ਹ ਸਾਹਿਬ ਦੇ ਅਸਥਾਨ ਕਿੱਦਾਂ ਬਣੇ, ਚਮਕੌਰ ਸਾਹਿਬ ਦੇ ਕਿੱਦਾਂ ਬਣੇ, ਟੋਡਰ ਮੱਲ ਦੇ ਨਾਲ ਉਸ ਬੰਦੇ ਕੌਣ ਸੀਗੇ ਜਿਨ੍ਹਾਂ ਨੇ ਸੰਸਕਾਰ ਕੀਤੇ, ਸਾਹਿਬਜ਼ਾਦਿਆਂ ਦੀਆਂ ਅਸਥੀਆਂ ਸਾਹਿਬਜ਼ਾਦਿਆਂ ਦੀ ਉਹ ਰਾਖ ਵਿਭੂਤੀ ਉਹ ਫੁੱਲਾਂ ਨੂੰ ਕਿੱਦਾਂ ਉਹਨਾਂ ਨੇ ਸੰਭਾਲਿਆ। ਉਦੋਂ ਬਾਅਦ ਫਿਰ ਉਹ ਮਹਾਰਾਜ ਨਰਿੰਦਰ ਸਿੰਘ ਨੇ ਉਹਨਾਂ ਅਸਥੀਆਂ ਨੂੰ ਜੋਤੀ ਸਰੂਪ ਦੇ ਵਿੱਚੋਂ ਕੱਢਿਆ, ਦੁਬਾਰਾ 1985 'ਚ ਕੱਢੀਆਂ ਗਈਆਂ। ਉਹ ਸਾਰੀਆਂ ਖੋਜਾਂ ਦੇ ਵਿੱਚ ਬਹੁਤ ਸਾਰੀਆਂ ਜਿਹੜੇ ਪੜ੍ਹੋਗੇ ਫਿਰ ਬਹੁਤ ਸਾਰਾ ਵਿਸਥਾਰ ਦਿੱਤਾ ਗਿਆ ਜੀ। ਬਾਬਾ ਕੁੰਮਾ ਮਾਸ਼ਕੀ ਜੀ ਦੇ ਅਸਥਾਨ 'ਤੇ ਖੜੇ ਆ, ਉਹਨਾਂ ਬਾਰੇ ਜਰਾ ਡਿਟੇਲ 'ਚ ਦੱਸੋ। ਉਹ ਕਿੱਥੋਂ ਦੇ ਰਹਿਣ ਵਾਲੇ ਸੀ? ਤੁਸੀਂ ਪਿੰਡ ਦਾ ਤਾਂ ਜ਼ਿਕਰ ਕਰਤਾ, ਕਿਹੜੇ ਪਰਿਵਾਰ ਨਾਲ ਸੰਬੰਧ ਰੱਖਦੇ ਸੀ? ਗੁਰੂ ਘਰ ਦੇ ਨਾਲ ਉਹਨਾਂ ਦਾ ਪਿਆਰ ਕਦੋਂ ਤੋਂ ਸੀ? ਕਿਵੇਂ ਮਾਤਾ ਗੁਜਰੀ ਜੀ ਉਹਨਾਂ ਦੇ ਕੋਲ ਪਹੁੰਚੇ? ਬਾਬਾ ਕੁੰਮਾ ਮਾਸ਼ਕੀ ਝੀਵਰ ਫੈਮਿਲੀ ਦੇ ਵਿੱਚੋਂ ਸੀ। ਮਾਸ਼ਕੀ ਸ਼ਬਦ ਉਹਦੇ ਮਗਰ ਤਾਂ ਜੁੜਦਾ
ਕਿ ਮਸ਼ਕ ਦੇ ਨਾਲ ਲੋਕਾਂ ਦੇ ਘਰਾਂ 'ਚ ਪਾਣੀ ਵੀ ਪਿਲਾਉਂਦੇ ਸੀ। ਨਾ ਤਾਂ ਕਰਮਚੰਦ ਸੀ, ਸਮੇਂ ਦੇ ਹਾਲਾਤਾਂ ਨੇ ਬਹੁਤ ਕੁਛ ਉਹਦੇ ਨਾਲ ਕੀਤਾ, ਮੁਸਲਮਾਨ ਬਣਾ ਦਿੱਤਾ ਧੱਕੇ ਦੇ ਨਾਲ, ਨਾ ਕਰੀਮ ਬਖਸ਼ ਰੱਖ ਦਿੱਤਾ। ਕੁੰਮਾ ਮਾਸ਼ਕੀ ਸ਼ਬਦ ਮਾਸ਼ਕੀ ਤੋਂ ਜੁੜਿਆ ਰਿਹਾ। ਜਿੱਥੇ ਉਹ ਬੇੜੀ ਚਲਾਉਂਦਾ ਸੀ, ਰੋਪੜ ਤੋਂ ਜਿਹੜੇ ਲੋਕ ਆਉਂਦੇ ਸੀ, ਪਿਲਕਣ ਦਾ ਦਰੱਖਤ ਸੀ, ਪਿਲਕਣ ਦੇ ਕੋਲੋਂ ਬੇੜੀ ਤੇ ਬਹਿੰਦੇ ਸੀ, ਅੱਗੇ ਨੂਰਪੁਰ ਬੇਦੀ, ਗੜ੍ਹ ਸ਼ੰਕਰ, ਹੁਸ਼ਿਆਰਪੁਰ ਨੂੰ ਇਹ ਪੁਰਾਣਾ ਰਸਤਾ ਸੀ। ਬਾਬਾ ਕੁੰਮਾ ਮਾਸ਼ਕੀ ਜਿਹੜਾ ਸੀ ਗਰੀਬੀ ਦਾ ਭੰਨਿਆ ਹੋਇਆ ਔਰ ਸ਼ਰਧਾਲੂ ਸੀ ਗੁਰੂ ਘਰ ਦਾ। ਤੇ ਬਾਬਾ ਕੁੰਮਾ ਮਾਸ਼ਕੀ ਦਾ ਵਿਆਹ ਨਹੀਂ ਸੀ ਹੋਇਆ, ਉਹਨਾਂ ਦੇ ਕੋਈ ਬੰਸ਼ਿਸ਼ ਨਹੀਂ, ਕੋਈ ਔਲਾਦ ਨਹੀਂ ਹੈ। ਤੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਨੂੰ ਆਣ ਕੇ ਇੱਥੇ ਮਿਲਦਾ ਆ ਤੇ ਅਵਾਨਕੋਟ ਦੇ ਵਿੱਚ, ਤੇ ਉਹਨਾਂ ਨੂੰ ਅੰਮ੍ਰਿਤ ਛਕਾਉਂਦਾ। ਅੰਮ੍ਰਿਤ ਛਕ ਕੇ ਉਹ ਕਰਮ ਸਿੰਘ ਬਣਦੇ ਆ ਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਦੇ ਨਾਲ ਹੀ ਚਲੇ ਜਾਂਦੇ ਆ। ਫਿਰ ਉਹਨਾਂ ਦਾ ਸ਼ਹੀਦੀ ਕਿੱਥੇ ਹੋਈ ਇਹ ਅਜੇ ਤਾਈਂ ਲੱਭ ਨਹੀਂ ਸਕੀ ਗੱਲ। ਤੇ ਉਦੋਂ ਉਹਨਾਂ ਦੀ ਉਮਰ 1710 ਦੇ ਵਿੱਚ ਤਕਰੀਬਨ ਲਗਭਗ 60 ਸਾਲ ਦੀ ਉਮਰ ਹੈ ਉਹਨਾਂ ਦੀ, ਜਦੋਂ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਨੂੰ ਆਣ ਕੇ ਮਿਲਦੇ ਆ। ਤੇ ਮਾਈ ਲక్ష్ਮੀ ਜਿਹੜੀ ਹੈ ਉਸੇ ਪਿੰਡ ਦਾ, ਉਹਨਾਂ ਦੇ ਵੀ ਉਹ ਬ੍ਰਾਹਮਣ ਫੈਮਿਲੀ ਦੇ ਵਿੱਚੋਂ ਆ ਤੇ ਅਵਾਨਕੋਟ ਦੀ ਨੂੰਹ ਆ, ਇੱਥੇ ਵਿਆਹੀ ਹੋਈ ਆ। ਜਵਾਨੀ ਪੈਰੇ ਵਿਧਵਾ ਹੋ ਗਈ ਤੇ ਬਾਬਾ ਕੁੰਮਾ ਮਾਸ਼ਕੀ ਦੇ ਨਾਲੋਂ ਉਹਦੀ ਉਮਰ ਮਾਈ ਲక్ష్ਮੀ ਦੀ 20 ਸਾਲ ਵੱਡੀ ਹੈ। ਤੇ ਜਿੱਦਾਂ ਦੋਨਾਂ ਦਾ ਮਾਂ ਪੁੱਤ ਦਾ ਰਿਸ਼ਤਾ ਰੂਹਾਨੀਅਤ ਵਾਲਾ, ਤੇ ਦੋਨਾਂ ਦਾ ਲਗਾਅ ਆ, ਗੁਰੂ ਘਰ ਦੀ ਬੜੀ ਪ੍ਰੀਤ ਆ। ਤੇ ਇਹ ਸੰਬੰਧ ਜਿਹੜੇ ਉਹਨਾਂ ਦੇ ਬਣੇ ਇੱਕੋ ਪਿੰਡ ਦੇ ਰਹਿਣ ਦੇ ਨਾਤੇ। ਤੇ ਮਾਈ ਲక్ష్ਮੀ ਨੇ ਪ੍ਰਸ਼ਾਦਾ ਛਕਾਇਆ ਤੇ ਬਾਬਾ ਕੁੰਮਾ ਮਾਸ਼ਕੀ ਚੀਬਰ ਫੈਮਿਲੀ ਦੇ ਵਿੱਚੋਂ ਆ ਜੀ। ਇੱਕ ਰਾਤ ਇਸ ਸਥਾਨ ਤੇ ਕੱਟੀ ਬਾਬਾ ਕੁੰਮਾ ਮਾਸ਼ਕੀ ਦੀ ਸ਼ਾਨ ਦੇ ਵਿੱਚ ਧੰਨ ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦੇ ਨੇ। ਇਸ ਤੋਂ ਬਾਅਦ ਅਗਲਾ ਪੜਾਅ ਕੀ ਸੀ? ਜਿਵੇਂ ਆਮ ਤੌਰ ਤੇ ਤਾਂ ਸੰਗਤ ਦੇ ਵਿੱਚ ਇਹੀ ਪ੍ਰਚਲਿਤ ਹੈ ਕਿ ਗੰਗੂ ਦੇ ਨਾਲ ਉਹਨਾਂ ਦਾ ਮੇਲ ਜੋਲ ਹੁੰਦਾ ਹੈ ਤੇ ਗੰਗੂ ਉਹਨਾਂ ਨੂੰ ਆਪਣੇ ਘਰ ਲੈ ਜਾਂਦਾ ਹੈ, ਉੱਥੇ ਰਾਤ ਕੱਟਦੇ ਨੇ। ਵਿਚਲਾ ਜਿਹੜਾ ਗੈਪ ਹੈ ਜਾਂ ਰਸਤਾ ਹੈ ਉਸ ਦਾ ਨਹੀਂ ਪਤਾ। ਤੁਸੀਂ ਕਹਿੰਦੇ ਹੋ ਇੱਕ ਹੋਰ ਵੀ ਥਾਂ ਹੈ ਜਿੱਥੇ ਸਾਹਿਬਜ਼ਾਦਿਆਂ ਨੇ ਮਾਤਾ ਗੁਜਰੀ ਜੀ ਦੇ ਨਾਲ ਬਤੀਤ ਕੀਤੀ ਸੀ, ਉਹ ਕਿਹੜੀ ਜਗ੍ਹਾ? ਉਸ ਬਾਰੇ ਥੋੜ੍ਹਾ ਜਿਹਾ ਵਿਸਥਾਰ ਦੱਸੋ। ਜਿੱਦਾਂ ਨਾ ਇਹ ਜਿਹੜੇ ਵਿਸਥਾਰ ਆ, ਇਹ ਸੰਗਤ ਹੁਣ 14 ਸਾਲਾਂ ਤੋਂ ਜਿਹੜੀ ਉਹ ਰਵਾਇਤਾਂ ਪਿਛਲੀਆਂ ਸੀਗੀਆਂ ਵੀ ਗੰਗੂ ਦੇ ਘਰ ਤੋਂ, ਕਿਉਂਕਿ ਪਹਿਲਾਂ ਖੋਜਾਂ ਨਹੀਂ ਸੀ ਹੋਈਆਂ। ਜਿਹੜੇ ਗ੍ਰੰਥਾਂ ਦਾ ਅਧਿਐਨ ਕਰਦੇ ਆ, ਸਭ ਤੋਂ ਪਹਿਲਾ ਗ੍ਰੰਥ 1855 1704 ਦੀ ਘਟਨਾ ਆ। 1755 ਦਾ ਗ੍ਰੰਥ ਸ਼ਹੀਦ ਨਾਮਾ ਕਵੀ ਕਿਸ਼ਨ ਸਿੰਘ, ਉਹ ਬਾਬਾ ਕੁੰਮਾ ਮਾਸ਼ਕੀ ਦੀ ਗੱਲ ਕਰਦਾ, ਮਾਈ ਲక్ష్ਮੀ ਦੀ ਗੱਲ ਕਰਦਾ। ਅੱਗੇ ਜਾ ਕੇ 1765 ਕਥਾ ਗੁਰੂ ਜੀ ਕੇ ਸੁਤਨ ਕੀ, ਅੱਗੇ ਜਾ ਕੇ 1797 ਗੁਰੂ ਕੀਆਂ ਸਾਖੀਆਂ, ਅੱਗੇ ਜਾ ਕੇ 1977 ਪ੍ਰਿੰਸੀਪਲ ਸਤਵੀਰ ਸਿੰਘ ਨਵੇਂ ਇਤਿਹਾਸਕਾਰਾਂ 'ਚ, ਜਿੱਥੇ ਉਹਨਾਂ ਨੇ ਦੂਜੀ ਰਾਤ ਕੱਟੀ ਆ। ਇਹ ਜਿੱਥੇ ਹੁਣ ਆਪਾਂ ਬਾਬਾ ਕੁੰਮਾ ਮਾਸ਼ਕੀ ਦਾ ਸਥਾਨ ਦੇਖਦੇ ਹਾਂ, ਇੱਕ ਮਿੱਟੀ ਦੀ ਉੱਪਰ ਉੱਚੀ ਢੇਰੀ ਸੀ ਜਿੱਥੇ ਉਹਦੀ ਝੌਂਪੜੀ ਸੀ। ਅੱਜ ਵੀ ਦਰਿਆਵਾਂ 'ਤੇ ਦੇਖਦੇ ਹਾਂ, ਦਰਿਆਵਾਂ ਦੇ ਬਹਿਣਾਂ ਦੇ ਨਾਲ ਬਹੁਤ ਸਾਰੀਆਂ ਉੱਚੀਆਂ ਟਿੱਬੇ ਬਣ ਜਾਂਦੇ ਆ। ਜਿੱਥੇ ਪਿਲਕਣ ਵਾਲਾ ਸਥਾਨ ਆ ਚੱਕ ਢੇਰੇ, ਚੱਕ ਢੇਰਾ ਉਸ ਸਮੇਂ 'ਚ ਨਹੀਂ ਸੀ ਵਸਿਆ ਹੋਇਆ ਜਦੋਂ ਇਹ ਘਟਨਾ ਵਾਪਰਦੀ ਆ। ਢੇਰਾ ਖਾਨ ਦਾ ਮੁਸਲਮਾਨ ਬਾਅਦ ਵਿੱਚ ਉਹਨੂੰ ਵਸਾਉਂਦਾ, ਉਹਦੇ ਨਾਂ 'ਤੇ ਢੇਰਾ ਖਾਨ ਦੇ ਨਾਂ 'ਤੇ ਚੱਕ ਢੇਰਾ ਵਸਿਆ। ਜਿਹੜੀ ਕਾਈਨੌਰ ਦੀ ਗੱਲ ਕਰਦੇ ਹਾਂ, ਇੱਥੋਂ ਗੰਗੂ ਜਿੱਲੇ ਅੱਜ ਸੜਕੀ ਮਾਰਗ ਰਾਹੀਂ ਦੇਖਦੇ ਹਾਂ, ਤੇ ਕਾਈਨੌਰ ਦੀ ਜਿਹੜੀ ਦੂਰੀ 29 ਕਿਲੋਮੀਟਰ ਆ, ਉਸ ਸਮੇਂ ਪੱਗ ਡੰਡੀਆਂ ਰਾਹੀਂ 20 ਕਿਲੋਮੀਟਰ ਆ। 1827 ਦਾ ਗ੍ਰੰਥ ਵੀਰ ਸਿੰਘ ਬੱਲ ਨੇ ਲਿਖਿਆ ਸਿੰਘ ਸਾਗਰ, ਉਹਦੇ ਵਿੱਚ ਉਹਨੇ 3 ਦੋਹਰੇ ਲਿਖੇ। ਇੱਕ ਸਹੇੜੀ ਦਾ ਲਿਖਿਆ, ਇੱਕ ਦੋਹਰਾ ਉਹਨਾਂ ਨੇ ਸਰਹੰਦ ਦਾ ਲਿਖਿਆ, ਇੱਕ ਦੋਹਰਾ ਉਹਨੇ ਲਿਖਿਆ ਕਾਈਨੌਰ ਦਾ। ਉਹਦੇ ਵਿੱਚ ਉਹਨੇ 17 ਲਿਖੀਆਂ। ਜੋਰਾਵਰ ਸਿੰਘ ਫਤਿਹ ਸਿੰਘ ਗੁਜਰੀ ਮਾਤਾ ਸਾਥ, ਕਾਈਨੌਰ ਕੇ ਤਲ ਪੇ ਬਸੇ ਇੱਕ ਪੌ ਰਾਤ। ਉੱਤੋਂ ਹੀ ਅਸੀਂ ਉਹਨਾਂ 17 ਤੋਂ ਹੀ ਉਹ ਤਲਾਅ ਦੇ ਖੰਡਰ 2003 'ਚ ਲੱਭੇ ਸੀ। ਤੇ ਅੱਜ ਉੱਥੇ ਬੜਾ ਆਲੀਸ਼ਾਨ ਗੁਰਦੁਆਰਾ ਸਾਹਿਬ ਬਣਿਆ ਹੋਇਆ, ਜਿੱਥੇ ਉਹਨਾਂ ਨੇ 7 ਪੋਹ ਦੀ ਰਾਤ ਉਹਨਾਂ ਨੇ ਇਸ ਬਾਬੇ ਕੁੰਮੇ ਮਾਸ਼ਕੀ ਦੀ ਝੌਂਪੜੀ 'ਚ ਕੱਟੀ, 8 ਪੋਹ ਦੀ ਰਾਤ ਕਾਈਨੌਰ ਕੱਟੀ, 9 ਪੋਹ ਦੀ ਰਾਤ ਗੰਗੂ ਦੀ ਸਹੇੜੀ ਦੇ ਵਿੱਚ ਉਹਦੇ ਘਰ ਦੇ ਵਿੱਚ ਕੱਟੀ, 10 ਪੋਹ ਦੀ ਕੋਤਵਾਲੀ ਮਰਿੰਡਾ, 11, 12, 2 ਠਰੀਆਂ ਰਾਤਾਂ ਠੰਡੇ ਬੁਰਜ, 13 ਪੋਹ ਨੂੰ ਉਹਨਾਂ ਦੀ ਵਾਪਸੀ ਨਹੀਂ ਹੋਈ, 13 ਨੂੰ ਸ਼ਹੀਦੀ ਹੋ ਗਈ। 6 ਰਾਤਾਂ ਉਹਨਾਂ ਦੇ ਜੀਵਨ ਦੀਆਂ ਬਣਦੀਆਂ। ਦੀਵਾਨ ਟੋਡਰਮਲ ਦੀ ਤੁਸੀਂ ਗੱਲ ਕੀਤੀ ਸੀ, ਦੀਵਾਨ ਟੋਡਰਮਲ ਬਾਰੇ ਵੀ ਕੋਈ ਖੋਜ ਆਈ ਹੈ ਸਾਹਮਣੇ? ਦੀਵਾਨ ਟੋਡਰਮਲ ਬਾਰੇ ਇਸ ਪੁਸਤਕ ਦੇ ਲਈ ਪੜ੍ਹੋਗੇ ਤਾਂ ਬਹੁਤ ਸਾਰੀ ਖੋਜ ਸਾਹਮਣੇ ਆਈ ਆ। ਪੁਰਾਣੇ ਜਿੰਨੇ ਵੀ ਗ੍ਰੰਥਾਂ ਨੂੰ, ਪੁਰਾਤਨ ਗ੍ਰੰਥਾਂ ਨੂੰ ਅਧਿਐਨ ਬਣਾਇਆ, ਜਿੱਦਾਂ ਆਪਾਂ ਉਹਨੂੰ ਦੇਖਦੇ ਹਾਂ ਕਲੀਨ ਸ਼ੇਪ ਨਹੀਂ ਹੈ ਉਹ। ਆਲੂ ਅਰਖ ਦੇ ਨੇੜੇ ਇੱਕ ਪਿੰਡ ਕਾਕੜਾ ਆ, ਬਹੁਤ ਵਾਰੀ ਗਿਆ ਉਹਨਾਂ ਪਿੰਡਾਂ ਦੇ ਵਿੱਚ। ਜਦੋਂ ਗੁਰੂ ਤੇਗ ਬਹਾਦਰ ਮਹਾਰਾਜ 1665 ਦੇ ਵਿੱਚ ਮਾਲਵਾ ਰਟਨ ਕਰਦੇ ਆ, ਪਹਿਲਾ ਪੜਾਅ ਤੇ ਇੱਥੇ ਨੇੜੇ ਘਨੌਲੀ ਕਰਦੇ ਆ। ਇੱਦੋਂ ਅੱਗੇ ਜਾ ਕੇ ਜਦੋਂ ਆਲੂ ਅਰਖ ਠਹਿਰਦੇ ਆ, ਉੱਥੇ ਦੀਵਾਨ ਟੋਡਰਮਲ ਸਤਿਗੁਰ ਮਹਾਰਾਜ ਦੇ ਚਰਨਾਂ 'ਚ ਆਉਂਦਾ, ਸੇਵਾ ਕਰਦਾ ਆ।
ਤੇ ਮਹਾਰਾਜ ਨੂੰ ਕਹਿੰਦਾ ਕਿ ਮਹਾਰਾਜ ਮੈਨੂੰ ਕੋਈ ਸੇਵਾ ਹੋਰ, ਤੁਸੀਂ ਇੱਥੇ ਇੱਕ ਦਿਨ ਠਹਿਰੋ, ਹੋਰ ਥੋੜਾ ਸਮਾਂ ਠਹਿਰੋ। ਤੇ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਆਉਣ ਵਾਲੇ ਸਮੇਂ 'ਚ ਤੈਂ ਬਹੁਤ ਵੱਡੀਆਂ ਸੇਵਾ ਕਰਨੀਆਂ ਆ। ਉੱਥੋਂ ਉਹ ਗੁਰੂ ਤੇਗ ਬਹਾਦਰ ਮਹਾਰਾਜ ਦੇ ਕੋਲੋਂ ਸ਼ਬਦ ਲੈ ਕੇ ਸਿੱਖੀ ਧਾਰਨ ਕਰਦਾ ਆ। ਤੇ ਅੱਗੇ ਜਾ ਕੇ ਫਿਰ ਉਹ ਦਿੱਲੀ ਵੀ ਰਹਿੰਦਾ, ਦਿੱਲੀ ਕੁਝ ਉਹਦੇ ਦੇ ਰਹਿੰਦਾ। ਦਿੱਲੀ ਤੋਂ ਬਾਅਦ ਉਹ ਫਿਰ ਇੱਥੇ ਆ ਕੇ ਦੀਵਾਨ ਬਣਦਾ ਆ। ਉਹਦੇ ਬਾਰੇ ਸਾਰਾ ਵਿਸਥਾਰ ਵੀ 1710 ਵਿੱਚ ਉਹ ਜੀਵਤ ਸੀ ਜਾਂ ਨਹੀਂ ਸੀ। ਜੇ ਜੀਵਤ ਹੁੰਦਾ ਭਾਈ ਟੋਡਰ ਮੱਲ ਤਾਂ ਬੰਦਾ ਸਿੰਘ ਬਹਾਦਰ ਉਹਨੂੰ ਬਹੁਤ ਸਾਰਾ ਸਨਮਾਨ ਦਿੰਦਾ। 1710 ਵਿੱਚ ਉਹ ਜੀਵਤ ਨਹੀਂ ਸੀ। ਉਹਦੇ ਬਾਰੇ ਕਾਫੀ ਖੋਜ ਕੀਤੀ ਆ ਵੀ ਟੋਡਰ ਮੱਲ ਕਿਹੜੇ ਕਿਹੜੇ ਹੋਏ ਆ, ਤੇ ਉਹ ਸਾਰਾ ਵਿਸਥਾਰ ਇਸ ਪੁਸਤਕ ਦੇ ਵਿੱਚ ਦਰਜ ਵਾ। ਤੁਸੀਂ ਇਹ ਜਿਹੜੀ ਖੋਜ ਕਿਵੇਂ ਕੀਤੀ? ਉਹਨਾਂ ਸਥਾਨਾਂ ਤੇ ਗਏ ਜਾਂ ਕਿਹੜੀਆਂ ਹੋਰ ਪੁਸਤਕਾਂ ਸੀ ਜਾਂ ਗ੍ਰੰਥ ਸੀ ਜਿਨ੍ਹਾਂ ਨੂੰ ਆਧਾਰ ਬਣਾਇਆ? ਪੁਸਤਕਾਂ ਜਿੱਦਾਂ ਮੇਰੀ ਆਪਣੀ ਨਿੱਜੀ ਲਾਇਬ੍ਰੇਰੀ ਦੇ ਵਿੱਚ ਖਜੂਰਲੇ ਦੇ ਵਿੱਚ 5 ਲੱਖ ਦੀਆਂ ਪੁਸਤਕਾਂ ਹੋਣੀਆਂ। ਕੋਈ ਵੀ ਸਰੋਤ, ਕੋਈ ਵੀ ਮੈਨੂੰ ਕਿਤੇ ਪੁਰਾਤਨ ਮਿਲ ਗਿਆ, ਮੈਂ ਉਤੋਂ ਪਰਾਂ ਨਹੀਂ ਮੇਰੀਆਂ ਅੱਖਾਂ ਤੋਂ ਰਿਹਾ, ਕੋਸ਼ਿਸ਼ ਕੀਤੀ, ਯਤਨ ਕੀਤੇ ਵੀ ਮੈਂ ਉਹਨੂੰ ਪੜ੍ਹਾਂ। ਜਿੱਦਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਰੇ ਆਪਾਂ ਗੱਲ ਕਰਦੇ ਹਾਂ, ਕਿਉਂਕਿ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਸਾਰਾ ਬਿਰਤਾਂਤ ਉਹਨਾਂ ਤੋਂ ਹੀ ਲੱਭਣਾ। ਸਭ ਤੋਂ ਪਹਿਲਾਂ 1711 'ਚ ਗ੍ਰੰਥ ਲਿਖਿਆ ਜਾਂਦਾ ਸ੍ਰੀ ਗੁਰਸੋਭਾ। ਇੱਕ ਗ੍ਰੰਥ ਨੂੰ ਅਧਿਐਨ ਬਣਾਉਂਦੇ ਆਉਂਦੇ 1926 ਤਾਈਂ ਆ ਜਾਂਦੇ ਆ ਤੇ ਮਹਾਨ ਕੋਸ਼ ਲਿਖਿਆ ਜਾਂਦਾ। ਇਹਦੇ ਵਿੱਚ ਪੁਰਾਤਨ 25 ਗ੍ਰੰਥ ਆ 1711 ਤੋਂ 1926 ਦੇ ਦਰਮਿਆਨ। ਉਹ 25 ਦੇ ਵਿੱਚ ਕੀ ਆ? ਬਿਰਧ ਬਾਬੇ 110 ਸਾਲ ਦੇ, 100 ਸਾਲ ਦੇ, 115 ਸਾਲ ਦੇ ਬਿਰਧ ਬਾਬਿਆਂ ਨੂੰ ਮਿਲਿਆ। ਬਹੁਤ ਸਾਰੇ ਬਿਰਧ ਬਾਬੇ ਉਹ ਕੀ ਕਹਿੰਦੇ ਆ, ਸਾਡੀਆਂ ਰਵਾਇਤਾਂ ਕੀ ਕਹਿੰਦੀਆਂ, ਸੀਨੇ ਬਸੀਨੇ ਕੀ ਕਹਿੰਦੇ ਆ, ਬੇੜੀ ਦੇ ਮਲਾਹ ਕੀ ਕਹਿੰਦੇ ਰਹੇ, ਪਟਵਾਰੀ ਦੇ ਕਾਗਜ਼ ਕੀ ਕਹਿੰਦੇ ਰਹੇ ਆ, ਮੁਰੱਬੇਬੰਦੀ ਇਸ ਇਲਾਕੇ 'ਚ ਰੋਪੜ 'ਚ ਕਦੋਂ ਹੋਈ, ਸਾਡੇ ਇਲਾਕੇ 'ਚ ਕਦੋਂ ਹੋਈ, ਉਹ ਪਿੰਡ ਦੇ ਪੁਰਾਣੇ ਕਿਹੜੇ ਸੀ। ਇਹਨਾਂ ਸਾਰੀਆਂ ਗੱਲਾਂ ਨੂੰ ਆਧਾਰ ਬਣਾ ਕੇ ਇਹ ਖੋਜਾਂ ਕੀਤੀਆਂ। ਜਿੱਦਾਂ ਕੋਈ ਵੀ ਸਮਾਂ ਇੱਦਾਂ ਨਹੀਂ ਹੋਇਆ ਹੋਣਾ ਵੀ ਜਿਹੜਾ ਦਿਨ ਰਾਤ ਇੱਕ ਨਾ ਕੀਤਾ ਹੋਵੇ, ਵੀ ਘਰ ਬਹਿ ਕੇ ਨਹੀਂ, ਟੇਬਲ ਤੇ ਕੁਰਸੀਆਂ ਤੇ ਬਹਿ ਕੇ ਨਹੀਂ ਖੋਜ ਕੀਤੀ, ਪਿੰਡਾਂ 'ਚ ਜਾ ਕੇ, ਰਾਹਾਂ 'ਚ ਤੁਰ ਕੇ। ਹੁਣ ਜਿਵੇਂ ਸਰਸਾ ਆਇਆ ਇਸ ਥਾਂ ਤੋਂ, ਇਹਨੂੰ ਪੈਦਲ ਤੈਅ ਕੀਤਾ ਵੀ ਪਹਿਲੀ ਪੁਰਾਣੀ ਸਰਸਾ ਕਿੱਧਰ ਵਗਦੀ ਸੀ, ਪਰਿਵਾਰ ਵਿਛੋੜੇ ਤਾਈਂ ਇਹਦੀ ਦੂਰੀ ਕਿੰਨੀ ਆ। ਜਿਹੜੀ ਅੱਜ ਸਰਸਾ ਵਗਦੀ ਆ, ਇਹਨੂੰ ਪੈਦਲ ਜਾ ਕੇ ਪਿਛਲੇ ਸਾਲਾਂ 'ਚ ਵੀ ਤੈਅ ਕੀਤਾ, ਪਹਿਲਾਂ ਵੀ ਦੇਖਿਆ ਸਾਰੇ ਥਾਂ। ਤੇ ਇਹ 8 ਕਿਲੋਮੀਟਰ ਬਣਦੀ ਇਹਦੀ ਦੂਰੀ ਇਸ ਸਥਾਨ ਤੋਂ, ਜਿਸ ਲਈ ਅੱਜ ਸਰਸਾ ਸਤਲੁਜ 'ਚ ਪੈਂਦੀ ਆ। ਮਤਲਬ ਇਸ ਭਾਵਨਾ ਦੇ ਨਾਲ ਇਹ ਸਾਰੀ ਜਿਹੜੀ ਖੋਜ ਕੀਤੀ ਆ। ਇੱਕ ਆਖਰੀ ਸਵਾਲ ਮੈਂ ਜ਼ਰੂਰ ਕਰਨਾ ਚਾਹੂੰਗਾ। ਆਮ ਤੌਰ 'ਤੇ ਇਹ ਪ੍ਰਚਲਿਤ ਹੈ ਕਿ ਸਿੱਖਾਂ ਨੇ ਜਾਂ ਸਿੱਖ ਕੌਮ ਨੇ ਬਹੁਤ ਵੱਡਾ ਇਤਿਹਾਸ ਰਚਿਆ ਜ਼ਰੂਰ ਹੈ, ਪਰ ਇਤਿਹਾਸ ਨੂੰ ਲਿਖਿਆ ਨਹੀਂ ਗਿਆ। ਜਦੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਆਨੰਦਗੜ੍ਹ ਦਾ ਕਿਲ੍ਹਾ ਛੱਡਦੇ ਨੇ, ਜਾਂ ਪਰਿਵਾਰ ਵਿਛੋੜਾ ਹੁੰਦਾ ਹੈ, ਜਾਂ ਅੱਗੇ ਦਾ ਜਿਹੜਾ ਸਾਰਾ ਬਿਰਤਾਂਤ ਹੈ, ਇੱਕ ਪਾਸੇ ਤਾਂ ਦੁਸ਼ਮਣ ਫੌਜ ਦੇ ਨਾਲ, ਵੈਰੀ ਦਲ ਦੇ ਨਾਲ ਝੜਪ ਹੁੰਦੀ ਹੈ, ਬਹੁਤ ਸਾਰੇ ਸੂਰਬੀਰ ਯੋਧੇ ਸ਼ਹੀਦ ਹੋ ਜਾਂਦੇ ਨੇ। ਉਸ ਮੌਕੇ 'ਤੇ ਕੋਈ ਸਿੱਖ ਇਤਿਹਾਸਕਾਰ ਸੀ ਜਿਸ ਨੇ ਕਲਮ ਦੇ ਨਾਲ ਉਸ ਇਤਿਹਾਸ ਨੂੰ ਵੀ ਕਲਮਬੰਦ ਕੀਤਾ ਹੋਵੇ, ਜਿੱਥੋਂ ਸਾਨੂੰ ਪਤਾ ਅੱਗੇ ਲੱਗਾ ਵੀ ਹਾਂ ਕਿਹੜੇ ਸਿੱਖ ਕਿੱਥੇ ਸ਼ਹੀਦ ਹੋਏ? ਕੋਈ ਇਸ ਬਾਰੇ ਜਾਣਕਾਰੀ ਮਿਲਦੀ ਹੈ? ਜੇਕਰ ਮਿਲਦੀ ਹੈ ਤਾਂ ਜ਼ਰੂਰ ਦਰਸ਼ਕਾਂ ਦੇ ਨਾਲ ਸਾਂਝੀ ਕਰੋ। ਜਿੱਦਾਂ ਆਪਾਂ ਬਹੁਤ ਵਾਰ ਇਹ ਗੱਲ ਕਹਿ ਦਿੰਦੇ ਆ ਵੀ ਸਿੱਖਾਂ ਨੇ ਇਤਿਹਾਸ ਰਚਿਆ ਤੇ ਇਤਿਹਾਸ ਜਿਹੜਾ ਲਿਖਿਆ ਨਹੀਂ। ਮੇਰੀ ਆਪਣੀ ਸੋਚ ਵਿੱਚ, ਮੈਂ ਤਾਂ ਸਟੇਜ ਤੇ ਵੀ ਕਹਿੰਦਾ ਹੁੰਦਾ, ਹੁਣ ਵੀ ਅਲਾਈਵ ਹੋਣੇ ਸਾਰੇ ਸਮਾਗਮ, ਉਹਨਾਂ 'ਚ ਵੀ ਮੈਂ ਕਹਿੰਦਾ ਅਸੀਂ ਪੜ੍ਹਿਆ ਹੀ ਨਹੀਂਗਾ। ਹੁਣ ਜਿਸ ਵੇਲੇ ਮੈਂ ਉਹਨਾਂ ਗ੍ਰੰਥਾਂ ਦੀ ਗੱਲ ਕਰਦਾ, ਕਈ ਵਾਰੀ ਬਹੁਤ ਬੰਦੇ ਪੁੱਛਦੇ ਆ ਵੀ ਇਹ ਗ੍ਰੰਥ ਕਿੱਥੋਂ ਮਿਲਣਗੇ, ਕਿੱਦਾਂ ਮਿਲਣਗੇ? ਅਸੀਂ ਪੜ੍ਹੇ ਹੀ ਨਹੀਂ ਕਦੇ ਉਹਨਾਂ ਨੂੰ। ਇੱਕ ਗ੍ਰੰਥ ਨੂੰ ਜਿਹੜੇ ਅਧਿਐਨ ਕਰਦੇ ਆ, ਬਹੁਤ ਕੁਛ ਉਹਦੇ ਵਿੱਚ ਯਾਰ ਆ, ਬੜਾ ਕਲੀਅਰ ਆ। ਜਿਹੜਾ ਇਤਿਹਾਸ ਲਿਖਿਆ ਗਿਆ, ਮੈਂ ਉੱਥੇ ਇੱਕ ਉਦਾਹਰਨ ਦੇ ਦਿਆਂ। ਰਤਨ ਸਿੰਘ ਭੰਗੂ ਪੰਥ ਪ੍ਰਕਾਸ਼ ਲਿਖਿਆ 1841 'ਚ। 1764 ਦੇ ਵਿੱਚ ਸਰਹੰਦ ਨੂੰ ਫਿਰ ਫਤਿਹ ਕੀਤਾ ਜੱਸਾ ਸਿੰਘ ਆਹਲੂਵਾਲੀ ਦੀ ਅਗਵਾਈ ਦੇ ਵਿੱਚ। ਤੇ ਉੱਥੇ ਜਾ ਕੇ ਫਿਰ ਜਿਹੜੇ ਸਾਰੇ ਬਿਰਧ ਬਾਬਿਆਂ ਨੂੰ ਇਕੱਠੇ ਕੀਤਾ ਸੀਗਾ ਵੀ ਇਹ ਜਿਹੜਾ ਥਾਂ ਆ ਜਿੱਥੇ ਸ਼ਹੀਦ ਹੋਏ ਸਾਹਿਬਜ਼ਾਦੇ, ਉਹ ਕਿਹੜਾ? ਬਿਰਧ ਬਾਬਿਆਂ ਨੇ ਦੱਸਿਆ ਵੀ ਅਸੀਂ ਅੱਖੀਂ ਦੇਖਿਆ ਆਹ ਥਾਂ ਆ। ਹੁਣ ਰਤਨ ਸਿੰਘ ਭੰਗੂ ਦੇ ਨਾਨਕੇ ਵੀ ਵਿੱਚ ਸ਼ਾਮਲ ਵਾ, ਦਾਦਕੇ ਵੀ ਵਿੱਚ ਸ਼ਾਮਲ ਵਾ। ਭਾਈ ਮਹਿਤਾਬ ਸਿੰਘ ਮੀਰਾਂ ਕੋਟੀਏ ਦਾ ਪੋਤਾ ਆ, ਉਹਨੇ ਤਾਂ ਆਪਣੇ ਬਾਪ ਕੋਲ ਸੁਣ ਕੇ ਗੱਲਾਂ ਲਿਖੀਆਂ। ਮਤਲਬ ਇਤਿਹਾਸ ਇੱਦਾਂ ਨਹੀਂ ਆ ਵੀ ਪਰੀ ਕਹਾਣੀਆਂ ਨਹੀਂ ਸਿੱਖ ਇਤਿਹਾਸ। ਜਿਲੇ ਭੱਟ ਬਈਆਂ ਨੂੰ ਦੇਖਦੇ ਆ, ਹੋਰ ਬਹੁਤ ਸਾਰੇ ਇੱਦਾਂ ਅਧਿਐਨ ਹੈਗੇ ਆ ਜਿਹੜੇ ਮੌਕੇ 'ਤੇ ਸਮਕਾਲੀਆਂ ਨੇ ਲਿਖੇ। ਸਭ ਤੋਂ ਪਹਿਲਾ ਸਰੋਤ ਜਿਲੇ ਦੇਖਦੇ ਆ 1711 ਦਾ। ਕੋਈ ਵੀ PhD ਕਰ ਲਵੇ, ਕਿੰਨਾ ਵੀ ਪੜ੍ਹ ਲਵੇ, 1711 ਦੇ ਗ੍ਰੰਥ ਨੂੰ ਕਦੇ ਛੱਡਿਆ ਹੀ ਨਹੀਂ ਜਾ ਸਕਦਾ। ਸ੍ਰੀ ਗੁਰਸੋਭਾ ਨੂੰ ਉਹ 1711 'ਚ ਲਿਖਿਆ ਗਿਆ। ਜਿਹੜਾ ਉਹ ਕਵੀ ਆ, ਸੈਨਾਪਤੀ, ਉਹ ਤਾਂ ਸਮਕਾਲੀ, ਉਹ ਤਾਂ ਮਹਾਰਾਜ ਦੇ ਨਾਲ ਹੀ ਰਿਹਾ ਆ। ਸਮਕਾਲੀ ਬਹੁਤ ਸਾਰੇ ਹੈਗੇ ਇੱਦਾਂ ਵੀ ਜਿਨ੍ਹਾਂ ਨੇ ਇਤਿਹਾਸ ਲਿਖਿਆ, ਤੇ ਅਸੀਂ ਅਸਲ 'ਚ ਪੜ੍ਹਿਆ ਹੀ ਨਹੀਂਗਾ। ਅਸੀਂ ਪੜ੍ਹਦੇ ਹਾਂ ਨੈੱਟ ਤੋਂ। ਨੈੱਟ 'ਚ ਹੈ ਨਹੀਂ ਕੁਛ ਵੀ। ਜ਼ਮੀਨੀ ਪੱਧਰ 'ਤੇ ਆਵੋ। ਜਿੱਦਾਂ ਹੁਣ ਕਿਸਾਨ ਮੋਰਚਾ ਜ਼ਮੀਨੀ ਪੱਧਰ 'ਤੇ ਆ, ਮੈਂ ਉਹਦੀ ਵੀ ਗੱਲ ਵੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਮੈਂ ਵੀ ਹੁਣ 15 ਦਿਨ ਉੱਥੋਂ ਹੀ ਹਾਜ਼ਰੀ ਭਰ ਕੇ ਆ, ਦੁਬਾਰਾ ਫਿਰ ਮੈਂ ਜਾਣਾ।
ਇੱਥੇ ਮੈਂ ਇੱਕ ਗੱਲ ਕਰਦੇ ਆ, ਜਿਹੜਾ ਆ ਕਾਨੂੰਨ ਵਾ ਹੁਣ, ਇਹ 1704 ਚ ਵੀ ਇਹੀ ਸੀਗਾ। ਉਦੋਂ ਜ਼ਮੀਨਾਂ ਕਿਹਨਾਂ ਦੇ ਕੋਲ ਸੀਗੀਆਂ? ਜ਼ਗੀਰਦਾਰਾਂ ਦੇ ਕੋਲ ਤੇ ਜ਼ਿਮੀਂਦਾਰਾਂ ਦੇ ਕੋਲ। ਜ਼ਗੀਰਦਾਰ ਵੱਡੇ ਹੁੰਦੇ ਸੀ, ਜ਼ਿਮੀਂਦਾਰ ਛੋਟੇ ਹੁੰਦੇ ਸੀ। ਜਿਹੜੇ ਸਾਡੇ ਵਰਗੇ ਸੀ ਇਹਨਾਂ ਨੂੰ ਕਹਿੰਦੇ ਸੀ ਹਲਬਾਕ, ਮੁਜ਼ਾਰੇ ਤੇ ਕਿਸਾਨ। ਇਹ ਤਿੰਨ ਸ਼ਬਦ ਵੱਖਰੇ ਆ, ਮੁਜ਼ਾਰੇ, ਹਲਬਾਕ ਤੇ ਕਿਸਾਨ। ਜ਼ਿਮੀਂਦਾਰ ਤੇ ਜ਼ਗੀਰਦਾਰ ਇਹ ਦੋ ਸ਼ਬਦ ਵੱਖਰੇ ਆ। ਟੋਡਰਮਲ ਨੇ ਜਦੋਂ ਬੜੇ ਯਤਨ ਕੀਤੇ, ਸਾਰੀ ਪੁਸਤਕ 'ਚ ਵੇਰਵੇ ਦਿੱਤੇ, ਉਹਦਾ ਭਰਾ ਨਾਗਰਮਲ ਨਾਲ ਜਾਂਦਾ, ਇੱਕ ਪਠਾਨ ਨਾਲ ਜਾਂਦਾ, ਫਿਰ ਉਹਦੇ ਵਜ਼ੀਰ ਖਾਨ ਨੂੰ ਮਨਾਉਂਦੇ ਵੀ ਸਾਨੂੰ ਕੋਈ ਥਾਂ ਦੇ ਦੇ ਵੀ ਅਸੀਂ ਸੰਸਕਾਰ ਕਰ ਦਈਏ। ਉਹਨੇ ਸ਼ਰਤ ਰੱਖੀ ਆ ਵੀ ਮੈਂ ਸਰਹੰਦ ਦੇ ਵਿੱਚ ਸੰਸਕਾਰ ਨਹੀਂ ਕਰਨ ਦੇਣਾ, ਇੱਦੋਂ ਬਾਹਰੋਂ ਜ਼ਮੀਨ ਲੈ ਲਓ ਕਿਸੇ ਕੋਲੋਂ ਤੇ ਉੱਥੇ ਮੋਹਰਾਂ ਵਿਛਾ ਕੇ ਮੈਨੂੰ ਦੇ ਦਿਓ। ਹੁਣ ਜਿਹੜੀ ਜ਼ਮੀਨ ਆ ਉਹ ਤਾਂ ਕਿਸੇ ਕਿਸਾਨਾਂ ਦੇ ਕੋਲ ਹੈ ਹੀ ਨਹੀਂ ਗੀ, ਹਲਬਾਕਾਂ ਕੋਲ ਤਾਂ ਜ਼ਮੀਨ ਹੈ ਨਹੀਂ ਗੀ, ਉਹ ਤਾਂ ਜ਼ਗੀਰਦਾਰਾਂ ਦੇ ਕੋਲ, ਜ਼ਿਮੀਂਦਾਰਾਂ ਦੇ ਕੋਲ ਆ। ਤੇ ਜਿਹੜੇ ਅਸੀਂ ਹਲਬਾਕ ਲੋਕ ਸੀਗੇ, ਸਾਨੂੰ ਉਹ ਚੌਥਾ ਹਿੱਸਾ ਦਿੰਦੇ ਸੀ। 3 ਹਿੱਸੇ ਉਹ ਆਪ ਰੱਖਦੇ ਸੀ ਫਸਲ ਦੇ, ਚੌਥਾ ਹਿੱਸਾ ਸਾਨੂੰ ਦਿੰਦੇ ਸੀ। ਉੱਥੇ ਵੀ ਜਿਹੜੇ ਤੁਸੀਂ ਦੇਖਦੇ ਆ ਜੋਤੀ ਸਰੂਪ ਵਾਲੇ ਅਸਥਾਨ ਤੇ ਫਤਿਹਗੜ੍ਹ ਸਾਹਿਬ ਨਾਲ ਪਿੰਡ ਅੱਤੇ ਵਾਲੀ ਆ, ਅੱਤੇ ਚੌਧਰੀ ਨੂੰ ਕਿਹੜੇ ਤਰੀਕੇ ਨਾਲ ਸਹਿਮਤ ਕੀਤਾ, ਮਾਇਆ ਦੇ ਕੇ, ਕਿਹੜੇ ਢੰਗਾਂ ਦੇ ਨਾਲ ਉਹਨੂੰ ਸਹਿਮਤ ਕਰਕੇ ਉਹਨਾਂ ਥਾਂ ਲਿਆ। ਵਜ਼ੀਰ ਖਾਨ ਨੂੰ ਫਿਰ ਸੱਦਿਆ, ਉਨੀਆਂ ਉਹਨੂੰ ਮੋਹਰਾਂ ਦਿੱਤੀਆਂ। ਉਹ ਜਿਹੜੀ ਮੋਹਰਾਂ ਦੀ ਗਿਣਤੀ ਸੀ ਉਸ ਸਮੇਂ ਦੇ ਵਿੱਚ 1 ਕਰੋੜ 8 ਲੱਖ ਦੀ ਸੀ ਉਸ ਸਮੇਂ ਦੇ ਵਿੱਚ। ਤੇ ਅੱਜ ਜਿਹੜਾ ਇਹ ਕਾਨੂੰਨ ਬਣ ਰਿਹਾ ਇਹ ਤਾਂ ਸੇਮ ਉਹੀ ਆ। ਬੰਦਾ ਸਿੰਘ ਬਹਾਦਰ ਦਾ ਜਦੋਂ ਰਾਜ ਆਇਆ, ਉਹਨਾਂ ਨੇ ਕਿਹਾ ਉਹ ਤੁਹਾਨੂੰ ਚੌਥਾ ਹਿੱਸਾ ਦਿੰਦੇ ਆ। ਉਹਨਾਂ ਨੇ ਫਿਰ ਜਿਹੜੀ ਜ਼ਗੀਰਦਾਰੀ ਦੀ ਪ੍ਰਥਾ ਸੀ ਉਹਨੂੰ ਤੋੜਿਆ, ਜਿਹੜੀ ਜ਼ਿਮੀਂਦਾਰ ਦੀ ਪ੍ਰਥਾ ਸੀ ਉਹਨੂੰ ਤੋੜਿਆ। ਪੰਜਾਬ ਦੇ ਵਿੱਚ 12,682 ਪਿੰਡ ਆ, ਜਿਹਦੇ ਮਗਰ ਮਾਜਰਾ ਸ਼ਬਦ ਲੱਗਦਾ ਜਾਂ ਅੱਗੇ ਲੱਗਦਾ ਜਾਂ ਮਾਜਰੀ ਸ਼ਬਦ ਲੱਗਦਾ, ਇਹ ਸਾਰੇ ਦੇ ਸਾਰੇ ਕਿਸਾਨਾਂ ਨੇ ਵਸਾਏ ਹੋਆ। ਤੇ ਇਹ ਗੱਲ ਮੈਂ ਅਖੀਰ ਤੇ ਵੀ ਕਹਿਣੀ ਚਾਹੁੰਦਾ ਤੁਹਾਨੂੰ। ਤੁਸੀਂ ਬੜੀ ਵਿਸਥਾਰ ਦੇ ਨਾਲ ਜਾਣਕਾਰੀ ਦਿੱਤੀ ਹੈ। ਅੱਗੇ ਵੀ ਅਸੀਂ ਤੁਹਾਡੇ ਨਾਲ ਕਰਾਂਗੇ ਸੰਪਰਕ, ਤਾਂ ਕਿ ਹੋਰ ਵੀ ਜਿਹੜੀ ਜਾਣਕਾਰੀ ਹੈ, ਇਤਿਹਾਸ ਦੀ ਜਿਹੜੀ ਖੋਜ ਹੈ, ਉਹ ਅਸੀਂ ਸੰਗਤ ਤੱਕ ਪਹੁੰਚਾ ਸਕੀਏ। ਇਹ ਸਨ ਭਾਈ ਸੁਰਿੰਦਰ ਸਿੰਘ ਖਾਲਸਾ, ਜਿਨ੍ਹਾਂ ਨੇ ਵਿਸ਼ੇਸ਼ ਤੌਰ 'ਤੇ ਬਾਬਾ ਕੁੰਮਾ ਮਾਸ਼ਕੀ, ਦੀਵਾਨ ਟੋਡਰਮਲ ਜਾਂ ਹੋਰ ਸ਼ਹਾਦਤਾਂ ਦੇ ਨਾਲ ਜਿਹੜੇ ਸਿੱਖਾਂ ਦਾ ਸੰਬੰਧ ਹੈ ਉਸ ਬਾਰੇ ਇਹਨਾਂ ਨੇ ਖੋਜ ਕੀਤੀ ਹੈ। ਤੇ ਇਹਨਾਂ ਨੇ ਅੱਜ ਕਿਤਾਬ ਵੀ ਰਿਲੀਜ਼ ਕੀਤੀ ਹੈ। ਸਾਡਾ ਵੀ ਫਰਜ਼ ਬਣਦਾ ਹੈ ਕਿ ਆਪਣੇ ਬੱਚਿਆਂ ਤੱਕ ਸਿੱਖ ਇਤਿਹਾਸ ਨੂੰ ਜ਼ਰੂਰ ਪਹੁੰਚਾਇਆ ਜਾਏ, ਕਿਉਂਕਿ ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ, ਇਸ ਮਹਾਂਵਾਕ ਅਨੁਸਾਰ ਜਿਹੜੀਆਂ ਸਾਡੇ ਬਾਬਿਆਂ ਦੀਆਂ ਕਹਾਣੀਆਂ ਜਾਂ ਇਤਿਹਾਸ ਰਚਿਆ ਗਿਆ ਹੈ, ਉਹ ਕਿਤਾਬਾਂ ਦੇ ਜ਼ਰੀਏ ਜਾਂ ਕਹਾਣੀਆਂ ਦੇ ਜ਼ਰੀਏ ਸੁਣਾ ਕੇ ਬੱਚਿਆਂ ਤੱਕ ਪਹੁੰਚਾਉਣਾ ਜ਼ਰੂਰੀ ਹੈ, ਤਾਂ ਕਿ ਉਹ ਆਪਣੇ ਮਹਾਨ ਵਿਰਸੇ ਤੋਂ ਜਾਣੂ ਹੋ ਸਕਣ। ਕੈਮਰਾਮੈਨ ਸਤਨਾਮ ਦੇ ਨਾਲ ਰਣਦੀਪ ਸਿੰਘ, ਜਗਬਾਣੀ ਟੀਵੀ, ਬਾਬਾ ਕੁੰਮਾ ਮਾਸ਼ਕੀ।